ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਰੇਡੀਓ ਸਿੰਘਨਾਦ, ਜਿਸ ਰਾਹੀਂ ਪਿਛਲੇ ਕੁਝ ਸਮੇਂ ਤੋਂ ਅਖੌਤੀ ਦਸਮ ਗ੍ਰੰਥ ਦੀ ਪ੍ਰਚਲਿਤ ਰਚਨਾਵਾਂ ਬਾਬਤ ਇੱਕ ਸੀਰੀਜ਼ ਚੱਲ ਰਹੀ ਹੈ। ਇਸੇ ਕੜੀ ਵਿੱਚ ਪਿਛਲੇ ਹਫਤੇ ਮੈਂ ਚੌਥਾ ਵਿਸ਼ਾ ਚਰਿਤ੍ਰੋਪਖਿਆਨ ਦੀ ਅਖੀਰਲੀ ਕਹਾਣੀ, ਜੋ ਕਿ ਚੌਪਈ ਨਾਮਕ ਛੰਦਾਂ ਵਿੱਚ ਦਰਜ ਹੋਣ ਕਰਕੇ ਚੌਪਈ ਸਾਹਿਬ ਦੇ ਨਾਮ ਤੋਂ ਪ੍ਰਚਲਿਤ ਹੈ, ਇਸ ਦੀ 405 ਪੌੜੀਆਂ ਵਿੱਚੋਂ ਪਹਿਲੀ 112 ਪੌੜੀਆਂ ਦੇ ਵਿਚਾਰ ਅਸੀਂ ਸਾਂਝੀ ਕੀਤੀ ਸੀ। ਅੱਗੇ ਵਧਣ ਤੋਂ ਪਹਿਲਾਂ ਮੈਂ ਕਵਲਪਾਲ ਸਿੰਘ ਕਾਨਪੁਰ ਤੋਂ ਆਪ ਸਾਰੇ ਹੀ ਸਰੋਤਿਆਂ ਦਾ ਰੇਡੀਓ ਸਿੰਘਨਾਦ ਉੱਤੇ ਸਵਾਗਤ ਕਰਦਾ ਹਾਂ। ਖੈਰ, 405 ਬੰਦਾਂ ਦੀ ਇਸ ਕਹਾਣੀ ਦੇ 112 ਬੰਦਾਂ ਵਿੱਚ ਅਸੀਂ ਜੋ ਮੁੱਖ ਵਿਚਾਰ ਰੱਖੇ ਸਨ ਉਹ ਇਹ ਸਨ ਕਿ ਇਹ ਇੱਕ ਕਾਲਪਨਿਕ ਕਹਾਣੀ ਹੈ ਜੋ ਕਿ ਇੱਕ ਰਾਜੇ ਚਿੱਤਰ ਸਿੰਘ ਨੂੰ ਉਸ ਦਾ ਮੰਤਰੀ ਸੁਣਾ ਰਿਹਾ ਹੈ। ਇਹ ਲਿਖਾਰੀ ਡਰਪੋਕ ਹੈ। ਇਸ ਕਹਾਣੀ ਵਿੱਚ ਆਏ ਕਿਰਦਾਰ ਕਾਲ, ਮਹਾਕਾਲ, ਅਸਤੁਜ ਅਤੇ ਸ਼ਿਵਾ ਇੱਕ ਕਾਲਪਨਿਕ ਜੰਗ ਦੇ ਪਾਤਰ ਹਨ ਅਤੇ ਸਾਰੇ ਹੀ ਸ਼ਰੀਰਧਾਰੀ ਹਨ, ਜਿਨ੍ਹਾਂ ਬਾਬਤ ਅਸੀਂ ਪੜ੍ਹਦੇ ਹਾਂ। ਕਾਲ ਪਾਏ ਬ੍ਰਹਮਾ ਬਪਤਰਾ ਅਤੇ ਜੇ ਅਸਤੁਜ ਤਵ ਸ਼ਰਨੀ ਪਰੈ ਤਿਨਕੇ ਦੁਸ਼ ਤੁਖਤ ਹੈ ਮਰੈ। ਆਓ ਜੀ ਹੁਣ ਕਹਾਣੀ ਨੂੰ ਅੱਗੇ ਵਧਾਈਏ। ਮਹਾਕਾਲ ਦੇ ਪਸੀਨਾ ਆਉਣ ਤੇ ਉਸਨੇ ਆਪਣਾ ਪਸੀਨਾ ਧਰਤੀ ਉੱਤੇ ਸੁੱਟਿਆ, ਜਿਸ ਰਾਹੀਂ ਭੱਟਾਚਾਰਿਆ ਨੇ ਜਨਮ ਲਿਆ ਅਤੇ ਉਸਨੇ ਭੱਟਾਂ ਦਾ ਰੂਪ ਧਾਰ ਕੇ ਮਹਾਕਾਲ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ। 118ਵੇਂ ਛੰਦ ਤੱਕ ਇਸੇ ਤਰ੍ਹਾਂ ਉਹ ਯੁੱਧ ਵਿੱਚ ਵਿਅਕਤੀ ਮਾਰਦਾ ਗਿਆ ਅਤੇ ਹੋਰ ਜੰਮਦੇ ਗਏ। ਫਿਰ 6 ਧਰਤੀਆਂ ਉੱਡ ਗਈਆਂ, ਧਰਤੀ ਨਾ ਹੋ ਗਈ, ਪਤੰਗਾਂ ਹੋ ਗਈਆਂ। ਖੈਰ, ਭੱਟਾਚਾਰ ਇੱਥੇ ਕਾਲ ਦੀ ਉਸਤਤ ਕਰ ਰਿਹਾ ਸੀ, ਉੱਥੇ ਢਾਡੀ ਵੀ ਪ੍ਰਸਤਤ ਦੇ ਰਿਹਾ ਸੀ। ਮਹਾਕਾਲ ਦਾ ਗੁਮਾਨ ਵੱਧਦਾ ਗਿਆ ਅਤੇ ਦੋ ਹੱਥਾਂ ਵਾਲੇ ਸ਼ਤਰੂ ਜਿਹੜੇ ਸਨ ਉਹ ਮਾਰ ਦਿੱਤੇ। ਜੀ ਹਾਂ, ਚੁਨ ਚੁਨ ਸ਼ਤਰ ਹਮਾਰੇ ਮਾਰੀਏ। ਇਹਦੇ ਵਿੱਚ ਐਕਸਪਰਟ ਮਹਾਕਾਲ ਜੀ ਨੇ ਨਿਸ਼ਾਨਾ ਲਗਾ ਲਗਾ ਕੇ ਦੋ ਹੱਥਾਂ ਵਾਲੇ ਸ਼ਤਰੂ ਮਾਰ ਦਿੱਤੇ, ਜਿਸ ਬਾਬਤ ਲਿਖਾਰੀ ਲਿਖਦਾ ਹੈ, ਤਿਮ ਤਿਮ ਕਾਲ ਹੈ ਬੜੇ ਗੁਮਾਨਾ, ਚਹਿ ਚਹਿ ਹਨੇ ਦੁਬੀਹਾ ਨਾਨਾ। ਹੁਣ ਅਸੀਂ ਅਗਲੇ ਬੰਦਾ ਵੱਲ ਧਿਆਨ ਦਈਏ। ਜਦੋਂ ਚੁਣ ਚੁਣ ਕੇ ਸ਼ਤਰੂ ਭਾਵ ਦਾਨਵ ਮਾਰ ਦਿੱਤੇ ਗਏ ਤਾਂ ਉਹਨਾਂ ਦੀ ਮਿੱਝ ਤੋਂ ਐਸੇ ਜੀਵ ਪੈਦਾ ਹੋਏ ਜੋ ਕਿ ਇੱਕ ਅੱਖ ਵਾਲੇ ਸਨ, ਇੱਕ ਪੈਰ ਵਾਲੇ ਸਨ, ਲੇਕਿਨ ਉਹਨਾਂ ਦੀ ਜਿਹੜੀਆਂ ਬਾਜੂਆਂ ਸਨ, ਉਹਨਾਂ ਦੇ ਜਿਹੜੇ ਹੱਥ ਸਨ ਉਹ 3-3 ਹਜ਼ਾਰ ਸਨ, 500 ਹੱਥ ਸਨ ਅਤੇ ਇਹਨਾਂ ਸਾਰਿਆਂ ਹੀ ਹੱਥਾਂ ਵਿੱਚ ਉਹਨਾਂ ਦੇ ਅਸਤਰ ਅਤੇ ਸ਼ਸਤਰ ਸਨ। ਇਹ ਗੱਲ ਜਿਹੜੀ ਹੈ ਪੌੜੀ ਨੰਬਰ 120 ਅਤੇ 121 ਵਿੱਚ ਤੁਸੀਂ ਪੜ੍ਹ ਸਕਦੇ ਹੋ। ਹੁਣ 123ਵੀਂ ਪੌੜੀ ਵਿੱਚ ਆ ਕੇ ਲਿਖਦਾ ਹੈ ਕਿ ਇਹ ਜਿਤਨੇ ਵੀ ਵੀਰ ਸਨ ਇਹ ਸਾਰੇ ਇੱਕ ਇੱਕ ਤਲਾਬ ਸ਼ਰਾਬ ਪੀ ਕੇ ਅਤੇ ਮਨੁੱਖਾਂ ਦਾ ਮਾਂਸ ਖਾ ਕੇ ਜਿੰਦਾ ਰਹਿਣ ਵਾਲੇ ਸਨ। ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਇੱਕ ਇੱਕ ਤਲਾਬ ਸ਼ਰਾਬ ਪੀ ਜਾਣਾ ਅਤੇ ਮਨੁੱਖਾਂ ਦਾ ਮਾਂਸ ਖਾਣਾ। ਖੈਰ, 132ਵੇਂ ਬੰਦ ਵਿੱਚ ਲਿਖਦਾ ਹੈ ਕਿ ਜਿੱਥੇ ਕਾਲੀ ਜੀ ਲੜ ਰਹੇ ਸਨ ਉੱਥੇ ਖੂਨ ਦੀਆਂ ਨਦੀਆਂ ਵਹਿਣ ਲੱਗੀਆਂ। ਇਹ ਜੰਗ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ 156ਵੇਂ ਬੰਦ ਤੋਂ ਲੈ ਕੇ 173ਵੇਂ ਬੰਦ ਤੱਕ ਇਹ ਲਿਖਾਰੀ ਯੁੱਧ ਵਿੱਚ ਜੋ ਹੋ ਰਿਹਾ ਹੈ ਉਸ ਬਾਬਤ ਆਪਣੀ ਕਲਪਨਾ ਅਨੁਸਾਰ ਹੋਰ ਲਿਖਦਾ ਹੈ। ਆਓ ਜੀ ਸੁਣੀਏ। ਭੁਜੰਗ ਛੰਦ। ਤਾਹਾਂ ਜੁੱਧ ਮਾਚਾ ਮਹਾਬੀਰ ਖੇਤੰਗ, ਬਿਦਾਰੇ ਪਰੇ ਬੀਰ ਬਿੰਦਰੰਗ ਵਿਚੇਤੰਗ। कहूँ डामरू डह डहा शब्द बाजै, सुने दीन धनवान को द्रप पाजै। कहूँ शंख बेरी ताल भारै, कहूँ बेन बीना पनो औ नगारै। कहूँ नाय ना फीरिय नाद ऐसे, बजै घोर बाजा प्रतः काल जैसे। कहूँ शैन तुरै नगारै मृदंगै, कहूँ बांसुरी बीन बाजै सुरंगै। ਭਾਓ ਕਿਧਰੇ ਸ਼ੰਖ ਵੱਜ ਰਹੇ ਸਨ, ਕਿਧਰੇ ਬੇਰੀ ਵੱਜ ਰਹੀ ਸੀ, ਕਿੱਥੇ ਵੀਣਾ ਵੱਜ ਰਹੀ ਸੀ, ਕਿੱਥੇ ਨਗਾੜੇ ਵੱਜ ਰਹੇ ਸਨ, ਕਿੱਥੇ ਨਾਦ ਨਫੀਰੀਆਂ ਵੱਜ ਰਹੀਆਂ ਸਨ। ਇਹ ਸਭ ਬੋਲਦਿਆਂ ਬੋਲਦਿਆਂ 174ਵੀਂ ਪੌੜੀ ਵਿੱਚ ਕੁਝ ਐਸੇ ਸ਼ਬਦ ਬੋਲ ਜਾਂਦਾ ਹੈ ਜਿਸ ਰਾਹੀਂ ਇੱਕ ਵਾਰ ਫਿਰ ਇਸ ਦੀ ਮਾਨਸਿਕਤਾ ਉੱਤੇ ਸੰਸ਼ਾ ਜਿਹੜਾ ਹੈ ਖੜਾ ਹੋ ਜਾਂਦਾ ਹੈ। ਲਿਖਦਾ ਹੈ, ਕਹੂੰ ਖੋਲ ਖੰਡੇ ਜਾਤ ਮਾਰੇ, मनो एकठे कच्छ मच वह पधारे। ताहा पाग शूटे बहे जात ऐसे, मनो 30 बया मान के नाग जैसे। पाओ
ਕਿਧਰੇ ਮਿਆਨ ਅਤੇ ਖੜਗ ਇਸ ਤਰ੍ਹਾਂ ਬਹਿ ਰਹੀ ਹੈ ਜਿੱਦਾਂ ਕੱਛ ਔਰ ਮੱਛ ਜਿਹੜੇ ਹਨ ਉਹ ਇਕੱਠੇ ਹੀ ਕਿਧਰੇ ਜਾ ਰਹੇ ਹੋਣ। ਉੱਥੇ ਪਗੜੀਆਂ, ਜੀ ਹਾਂ, ਜਿਹੜੀ ਦਸਤਾਰ ਅਸੀਂ ਸਿਰ ਤੇ ਸਜਾਉਂਦੇ ਹਾਂ, ਉੱਥੇ ਪਗੜੀਆਂ ਇਸ ਤਰ੍ਹਾਂ ਬਹਿ ਰਹੀਆਂ ਹਨ ਜਿੱਦਾਂ ਮਾਨੋ 30-30 ਹੱਥ ਲੰਬੇ ਸੱਪ ਹੋਣ। ਦੋਸਤੋ, ਇਹ ਲਿਖਾਰੀ ਪੱਗ ਦੀ ਤੁਲਨਾ 30 ਹੱਥ ਲੰਬੇ ਸੱਪਾਂ ਨਾਲ ਕਰ ਰਿਹਾ ਹੈ। ਵਿਚਾਰ ਕੇ ਦੇਖੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਐਸਾ ਕਰ ਸਕਦੇ ਹਨ? ਤੁਹਾਨੂੰ ਯਾਦ ਹੋਣਾ ਇੱਕ ਗਾਣਾ ਜੈਜ਼ੀ ਬੀ ਨੇ ਗਾਇਆ ਸੀਗਾ ਜਿਸ ਵਿੱਚ ਉਸਨੇ ਕੇਸਾਂ ਦੀ ਤੁਲਨਾ ਕਰਦਿਆਂ ਕਿਹਾ ਸੀ, ਨਾਗ ਸਾਂਭ ਲੈ ਜ਼ੁਲਫਾਂ ਦੇ। ਬੇਸ਼ੱਕ ਐਸੀ ਤੁਲਨਾ ਜਿਹੜੀ ਹੈ ਉਹ ਇੱਕ ਲੱਚਰ ਗਾਇਕ ਤਾਂ ਕਰ ਸਕਦਾ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ 174ਵੀਂ ਪੌੜੀ ਵਿੱਚ ਇਹ ਲਿਖਾਰੀ ਪਗੜੀਆਂ ਦੀ ਤੁਲਨਾ 30 ਫੁੱਟੇ ਸੱਪ ਨਾਲ ਕਰ ਰਿਹਾ ਹੈ। ਮੈਨੂੰ ਯਾਦ ਹੈ ਜਦੋਂ ਡਾਕਟਰ ਜੋਤ ਸਿੰਘ ਸਾਡੇ ਸ਼ਹਿਰ ਵਿੱਚ ਆਏ ਤੇ ਅਸੀਂ ਉਸ ਤੋਂ ਸਵਾਲ ਕੀਤਾ ਕਿ ਡਾਕਟਰ ਸਾਹਿਬ, ਤੁਹਾਡੇ ਕੋਲ ਕੀ ਆਧਾਰ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੱਗਾਂ ਲੁੱਟਣ ਵਾਲਾ ਇੱਕ ਲੁਟੇਰਾ ਲਿਖਿਆ ਹੋਇਆ ਹੈ? ਤਾਂ ਉਹਨਾਂ ਦਾ ਜਵਾਬ ਇੰਨਾ ਬਚਕਾਨਾ ਸੀ। ਉਹਨਾਂ ਕਿਹਾ ਕਿ ਮੈਂ ਇਹਦਾ ਟੀਕਾ ਕਰਕੇ ਕਮੇਟੀ ਨੂੰ ਭੇਜ ਦਿੱਤਾ ਕਿ ਚੈੱਕ ਕਰ ਲਓ। ਸ਼ਾਇਦ ਮੇਰਾ ਨਾਮ ਇੰਨਾ ਵੱਡਾ ਸੀ ਕਿ ਜਥੇਦਾਰਾਂ ਨੇ ਬਿਨਾਂ ਪੜ੍ਹੇ ਹੀ ਓਕੇ ਕਰਤਾ ਹੋਵੇਗਾ। ਅੱਗੋਂ ਜਦੋਂ ਅਸੀਂ ਪੁੱਛਿਆ ਕਿ ਡਾਕਟਰ ਸਾਹਿਬ, ਜੇ ਤੁਹਾਨੂੰ ਇਸ ਬਾਬਤ ਜਾਣਕਾਰੀ ਨਹੀਂ ਜੋ ਉਸ ਵਿੱਚ ਲਿਖਿਆ ਹੋਇਆ ਹੈ, ਤਾਂ ਕੀ ਇਸ ਉੱਤੇ ਸੋਧ ਹੋਣੀ ਚਾਹੀਦੀ ਹੈ? ਤਾਂ ਉਹਨਾਂ ਪਲਟ ਕੇ ਕਿਹਾ ਕਿ ਹਾਂ, ਜੇ ਅਗਰ ਮੈਂ ਐਸੇ ਅਰਥ ਕੀਤੇ ਹਨ ਤਾਂ ਮੈਂ ਇਸ ਦੀ ਸੋਧ ਜ਼ਰੂਰ ਕਰਾਂਗਾ। ਇਹ ਜਿਹੜੀ ਗੱਲਬਾਤ ਹੈ ਆਪ ਜੀ YouTube ਤੇ ਦੇਖ ਸਕਦੇ ਹੋ, ਬਾਜਿੰਦਰ ਨਾਂ ਦੀ ਆਈਡੀ ਤੋਂ ਇਹ ਪਈ ਹੋਈ ਹੈ। ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਸਾਡੇ PhD ਕੀਤੇ ਹੋਏ ਡਾਕਟਰ ਜੋਤ ਸਿੰਘ ਦਾ ਹਾਲ ਹੈ, ਇਸੇ ਤਰ੍ਹਾਂ 1945 ਵਿੱਚ ਬੈਠੇ ਕੁਝ ਸਿੱਖ ਸੱਜਣਾਂ ਦਾ ਵੀ ਹਾਲ ਹੋਣਾ ਹੋਵੇਗਾ ਜਿਨ੍ਹਾਂ ਨੇ ਇਹ 25 ਬੰਦ ਤਾਂ ਚੁੱਕ ਲਏ, ਪਰ ਇਸ ਤੋਂ ਪਿੱਛੇ ਕੀ ਚੱਲ ਰਿਹਾ ਹੈ ਉਹ ਕਹਾਣੀ ਪੜ੍ਹੀ ਹੀ ਨਹੀਂ ਅਤੇ ਲਿਆ ਕੇ ਸਿੱਖਾਂ ਦੇ ਗੱਲ ਮੜ ਦਿੱਤੀ। ਖੈਰ, 178ਵੀਂ ਪੌੜੀ ਵਿੱਚ ਇਹ ਲਿਖਾਰੀ ਆਪਣੀ ਕਲਪਨਾ ਅਧੀਨ ਕਹਾਣੀ ਨੂੰ ਅੱਗੇ ਵਧਾਉਂਦਿਆਂ ਕਹਿੰਦਾ ਕਿ ਕਿਸੇ ਵੀਰ ਨੇ ਲਾਲ ਕੱਪੜੇ ਪਾਏ ਸਨ ਅਤੇ ਅੱਗੋਂ ਚਿੱਟੀਆਂ ਅਤੇ ਕਾਲੇ ਕੱਪੜੇ ਪਾ ਕੇ ਉਹਨਾਂ ਉੱਤੇ ਹਮਲੇ ਕਰ ਰਹੇ ਸਨ। ਕਿਤੇ ਹਰੇ ਅਤੇ ਪੀਲੇ ਕੱਪੜੇ ਪਾਏ ਸਨ। ਇਦਾਂ ਲੱਗਦਾ ਸੀ ਜਿੱਦਾਂ ਜਿੱਦੀ ਹਿਰਨ ਜੰਗ ਕਰਨ ਆ ਗਏ ਹਨ। 197ਵੀਂ ਪੌੜੀ ਦੇ ਬਾਅਦ ਕਹਾਣੀ ਨੇ ਇੱਕ ਵਾਰ ਫਿਰ ਨਵਾਂ ਰੂਪ ਧਾਰ ਲਿਆ। ਸਤਸੰਧ ਅਤੇ ਦੀਰਘਦਾੜ ਦੇ ਵਿਚਕਾਰ ਜਿਹੜਾ ਸਤਯੁਗ ਵਿੱਚ ਯੁੱਧ ਸ਼ੁਰੂ ਹੋਇਆ ਸੀ, ਇਸ ਯੁੱਧ ਵਿੱਚ ਜੋ ਹੋਇਆ ਉਸ ਬਾਬਤ ਅਸੀਂ ਪੜ੍ਹ ਰਹੇ ਹਾਂ। ਕਿਸ ਤਰ੍ਹਾਂ ਲਿਖਾਰੀ ਸਮੇਂ-ਸਮੇਂ ਤੇ ਪੁੱਜ ਕੇ ਜਦੋਂ ਉਹਦੇ ਕੋਲ ਸਭ ਕੁਝ ਖਤਮ ਹੋ ਜਾਂਦਾ ਹੈ ਤਾਂ ਆਪਣੇ ਆਪ ਨੂੰ ਟਵਿਸਟ ਕਰਦਾ ਹੈ। ਇੱਥੇ ਉਸਨੇ 197ਵੇਂ ਬੰਦ ਤੋਂ ਬਾਅਦ ਖਾਨ, ਸ਼ੇਖ, ਸੈਯਦ, ਪਠਾਨਾਂ ਨੂੰ ਵੀ ਇਸ ਜੰਗ ਦੇ ਵਿੱਚ ਇੱਕ ਯੋਧਾ ਬਣਾ ਕੇ ਵਿੱਚ ਰੱਖ ਦਿੱਤਾ। ਜੀ ਹਾਂ, 156ਵੇਂ ਬੰਦ ਤੋਂ 196ਵੇਂ ਬੰਦ ਤੱਕ ਇੱਥੇ ਉੱਥੇ ਜਬਲੀਆਂ ਮਾਰਨ ਵਾਲੇ ਇਸ ਲਿਖਾਰੀ ਨੂੰ ਜਦ ਕੁਝ ਨਵਾਂ ਨਹੀਂ ਮਿਲਿਆ ਤਾਂ ਉਸਨੇ ਇੱਕ ਨਵਾਂ ਤਰੀਕਾ ਖੋਜ ਲਿਆ ਇਸ ਕਹਾਣੀ ਨੂੰ ਅੱਗੇ ਵਧਾਉਣ ਲਈ ਅਤੇ ਲਿਖਦਾ ਹੈ ਕਿ ਅਸੁਰ ਨੇ ਮੂੰਹੋਂ ਜਵਾਲਾ ਕੱਢੀ ਤਾਂ ਮੁਗਲ ਪੈਦਾ ਹੋ ਗਏ, ਫਿਰ ਸਾਹ ਕੱਢੀ ਤਾਂ ਸ਼ੇਖ ਸੈਯਦ ਪੈਦਾ ਹੋ ਗਏ। ਇਹ ਅਸਤਰ ਸ਼ਸਤਰ ਲੈ ਕੇ ਘੋੜੇ ਨਚਾਉਂਦੇ ਹੋਏ ਟੁੱਟ ਪਏ। ਗੁੱਸੇ ਨਾਲ ਭਰੇ ਪਠਾਨ ਨੰਗੀ ਕਿਰਪਾਨਾਂ ਲੈ ਕੇ ਮਹਾਕਾਲ ਉੱਤੇ ਪ੍ਰਹਾਰ ਕਰਦੇ ਸਨ, ਪਰ ਉਸਦਾ ਰੋਮ ਵੀ ਨਹੀਂ ਸਨ ਪੱਟ ਪਾ ਰਹੇ। ਧਿਆਨ ਦੇਣ ਵਾਲੀ ਗੱਲ ਹੈ ਕਿ ਪਹਿਲੀ ਗੱਲ ਤਾਂ ਮਹਾਕਾਲ ਇੱਕ ਸ਼ਰੀਰਧਾਰੀ ਹੈ ਜਿਸ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਲਿਖਾਰੀ ਦਾ ਇਹ ਲਿਖਣਾ ਕਿ ਹਮਲੇ ਪਠਾਨ, ਸੈਯਦ, ਸ਼ੇਖ ਆਦਿ ਮੁਸਲਮਾਨ ਯੋਧੇ ਕਰ ਰਹੇ ਸਨ ਜਿਨ੍ਹਾਂ ਨੂੰ ਅਸੁਰਾਂ ਨੇ ਸਾਹਾਂ ਨਾਲ ਪੈਦਾ ਕੀਤਾ ਹੈ, ਤਾਂ ਸਪਸ਼ਟ ਹੈ ਕਿ ਇਹ ਕਿਸੇ ਪੁਰਾਣਿਕ ਗ੍ਰੰਥ ਦਾ ਵੀ ਉਤਾਰਾ ਨਹੀਂ ਹੈ। ਜਿੱਦਾਂ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦੱਸਦਾ ਫਿਰਦਾ ਹੈ ਕਿ ਭਈ ਆ ਤੇ ਹਿੰਦੂਆਂ ਨੂੰ ਸਮਝਾਉਣ ਵਾਸਤੇ ਸੀ, ਆ ਤੇ ਜੀ ਦੂਜੇ ਦੇ ਗ੍ਰੰਥ ਦਾ ਟਰਾਂਸਲੇਸ਼ਨ ਹੈ, ਜਦਕਿ ਐਸਾ ਕੁਝ ਵੀ ਨਹੀਂ ਹੈ, ਕਿਉਂਕਿ ਕਿਸੇ ਵੀ ਪੁਰਾਣੇ ਗ੍ਰੰਥ ਵਿੱਚ ਮੁਸਲਮਾਨਾਂ ਅਤੇ ਦੇਵੀ ਦੇਵਤਿਆਂ ਦਾ ਜੰਗ ਕਿਧਰੇ ਵੀ ਲਿਖਿਆ ਨਹੀਂ ਮਿਲਦਾ। ਮੁਸਲਮਾਨਾਂ ਨੂੰ ਅਸਰਾਂ ਵਿੱਚੋਂ ਜੰਮਿਆ ਦਰਸਾਉਣ ਵਾਲਾ ਇਹ ਲਿਖਾਰੀ ਜਿਵੇਂ ਪਿੱਛੇ ਸਿੱਖਾਂ ਦੇ ਸਿਰਾਂ ਉੱਤੇ ਸੱਜਣ ਵਾਲੀ ਪਗੜੀ ਨੂੰ
30 ਹੱਥ ਲੰਬੇ ਸੱਪ ਦੱਸ ਕੇ ਸਿੱਖ ਧਰਮ ਨਾਲ ਵੈਰ ਕਮਾਉਣ ਵਾਲਾ ਜਾਪਦਾ ਹੈ, ਉਸੇ ਤਰ੍ਹਾਂ ਹੁਣ ਮੁਸਲਮਾਨਾਂ ਨੂੰ ਅੱਗੇ ਇਸ ਨੇ ਸ਼ਰਾਬ ਪੀਣ ਵਾਲਾ ਦਰਸਾ। ਉਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਮੁਸਲਮਾਨ ਧਰਮ ਦੇ ਉਸੂਲਾਂ ਦਾ ਵੀ ਪੱਕਾ ਵੈਰੀ ਹੈ। ਇਹ ਲਿਖਾਰੀ ਗੁਰੂ ਗੋਬਿੰਦ ਸਿੰਘ ਤਾਂ ਕੀ, ਇਹ ਲਿਖਾਰੀ ਤਾਂ ਕੋਈ ਸਿੱਖ ਵੀ ਨਹੀਂ ਹੋ ਸਕਦਾ, ਕਿਉਂਕਿ ਸਿੱਖ ਨੂੰ ਤਾਂ ਗੁਰੂ ਦਾ ਹੁਕਮ ਹੈ, ਲੋਕਾਂ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਠਾਈ। ਸਾਡਾ ਗੁਰੂ ਗੋਬਿੰਦ ਸਿੰਘ ਤਾਂ ਨਿਰਵੈਰ ਹੈ। ਉਸ ਦੀ ਜੰਗ ਤਾਂ ਉਹਨਾਂ ਰਾਜਸੀ ਤਾਕਤਾਂ ਨਾਲ ਸੀ ਜਿਹੜੇ ਧਾਰਮਿਕ ਆਗੂਆਂ ਨੂੰ ਨਾਲ ਲੈ ਕੇ ਆਮ ਜਨਮਾਨਸ ਉੱਤੇ ਜ਼ੁਲਮ ਕਰ ਰਹੇ ਸਨ। ਸਾਡੀ ਸੈਨਾ ਵਿੱਚ ਤਾਂ ਬਾਬਾ ਪੀਰ ਬੁੱਧੂ ਸ਼ਾਹ ਵਰਗੇ ਵੀ ਸਨ, ਜਿਨ੍ਹਾਂ ਆਪਣੇ ਬੱਚਿਆਂ ਸਮੇਤ 700 ਮੁਰੀਦ ਤੱਕ ਇਸ ਜੰਗ ਵਿੱਚ ਕੁਰਬਾਨ ਕਰ ਦਿੱਤੇ। ਨਿਰਵੈਰ ਗੁਰੂ ਲਈ ਕੀ ਹਿੰਦੂ ਤੇ ਕੀ ਮੁਸਲਮਾਨ। ਪਰ ਇੱਥੇ ਲਿਖਾਰੀ ਵੱਲੋਂ ਮੁਸਲਮਾਨਾਂ ਨੂੰ ਮਲੇਛ ਕਹਿ ਕੇ ਸੰਬੋਧਨ ਕਰਨਾ, ਉਹਨਾਂ ਨੂੰ ਰਾਖਸ਼ਾਂ ਦਾ ਵੰਸ਼ਜ ਦੱਸਣਾ, ਇਹ ਕਿਸੇ ਵੈਰ ਭਾਵਨਾ ਨਾਲ ਭਰੇ ਹੋਏ ਦਿਮਾਗ ਦੀ ਹੀ ਉਪਜ ਹੈ। ਜਦੋਂ ਇਹ ਸ਼ਬਦ ਸਾਡੇ ਸਾਹਮਣੇ ਆਉਂਦੇ ਹਨ, ਉਮੜੇ ਅਮਿਤ ਮਲੇਛਨ ਕੇਗਨ ਤਿਨਕੇ ਨਾਮ ਕਹਿਤ ਤੁਮ ਸੋ ਭਨ। ਹੁਣ ਜੋ ਮਲੇਛ ਪੈਦਾ ਹੋਏ, ਅਸੀਂ ਪੜ੍ਹਦੇ ਹਾਂ ਨਾ, ਸਕਲ ਮਲੇਛ ਕਰੋ ਰਣਘਾਤਾ। ਇੱਥੇ ਸਾਡੇ ਕਈ ਵੀਰ ਕਹਿ ਦਿੰਦੇ ਹਨ ਕਿ ਜੀ ਮਲੇਛ ਦਾ ਭਾਵ ਵਿਕਾਰ ਹੈ, ਕਿ ਜੀ ਵਿਕਾਰਾਂ ਨੂੰ ਖਤਮ ਕਰਨਾ ਹੈ। ਪਰ ਇੱਥੇ ਦੇਖੋ ਲਿਖਾਰੀ ਸਪਸ਼ਟ ਕਰ ਰਿਹਾ ਹੈ, ਹੁਣ ਜੋ ਮਲੇਛ ਪੈਦਾ ਹੋਏ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸਦਾ ਹਾਂ। ਤਿਨਕੇ ਨਾਮ ਕਹਿਤ ਤੁਮ ਸੋ ਭਨ। ਸੋ ਆਓ ਵੈਰ ਭਾਵਨਾ ਨਾਲ ਗ੍ਰਸਤ ਇਸੇ ਲਿਖਾਰੀ ਵੱਲੋਂ ਮਲੇਛਾਂ ਦੇ ਨਾਮ ਵੀ ਸੁਣੀਏ। ਨਾਹਰ ਖਾਨ, ਝੜਾਝੜ ਖਾਨਾ, ਖਾਨ ਨਿਹੰਗ ਭੜੰਗ ਜਵਾਨਾ, ਔਰ ਝੜੰਗ ਖਾਨ ਰਨ ਧਾਇਓ, ਅਮਿਤ ਸ਼ਸਤਰ ਕਰ ਲਏ ਸਿਦਾਇਓ। ਅੱਗੇ ਇਸੇ ਤਰ੍ਹਾਂ ਮਹਾਕਾਲ ਇਹਨਾਂ ਨੂੰ ਮਾਰਦਾ ਰਹਿੰਦਾ ਹੈ ਅਤੇ ਮੁੜ ਇਸ ਲਿਖਾਰੀ ਨੇ ਮਹਾਕਾਲ ਦੀ ਉਹ ਬੇਬਸੀ ਦਿਖਾਈ ਹੈ ਕਿ ਜਿਸ ਤਰ੍ਹਾਂ ਪਹਿਲੇ 200 ਬੰਦਾ ਤੱਕ ਇਹ ਮਹਾਕਾਲ ਅਸਤੁਜ ਆਦਿ ਦੇਵਤੇ ਮਿਲ ਕੇ ਵੀ ਦਾਨਵਾਂ ਨੂੰ ਕੰਟਰੋਲ ਨਹੀਂ ਕਰ ਪਾ ਰਹੇ, ਇੱਥੇ ਵੀ ਇਸ ਮਹਾਕਾਲ ਅਤੇ ਅਸਤੁਜ ਦਾ ਆਹੀ ਹਾਲ ਹੈ। ਖੈਰ, ਜਦੋਂ ਇਹ ਮੁਸਲਿਮਸ ਵੀ ਵੱਧੇ ਚਲੇ ਗਏ ਤਾਂ ਅਸਤੁਜ ਵੀ ਮੈਦਾਨ ਵਿੱਚ ਆ ਗਿਆ ਅਤੇ ਉਸਨੇ ਇਹਨਾਂ ਮਲੇਛਾਂ ਦਾ ਰਣ ਵਿੱਚ ਘਾਤ ਕੀਤਾ। ਹੁਣ ਜਦੋਂ ਲਿਖਾਰੀ ਕੋਲ ਕੁਝ ਨਾ ਬਚਿਆ ਤਾਂ ਕਹਾਣੀ ਦੀ 332ਵੀਂ ਪੌੜੀ ਵਿੱਚ ਗਿੱਧ ਧੁਜ, ਕਾਮ ਧੁਜ, ਉੱਲੂ ਕੇਤ ਆਦਿ ਆ ਗਏ। ਇਹ ਬੜੇ ਭਿਆਨਕ ਲੱਗ ਰਹੇ ਸਨ। ਇਸ ਲਈ ਅਸਤੁਜ ਨੇ ਹੋਮ ਸ਼ਬਦ ਦਾ ਉਚਾਰਨ ਕੀਤਾ ਤਾਂ ਇਸ ਨਾਲ ਆਦ ਅਤੇ ਬਿਆਦ ਪੈਦਾ ਹੋ ਗਏ, ਜਿਨ੍ਹਾਂ ਰਾਹੀਂ ਵੱਖ-ਵੱਖ ਰੋਗ ਪੈਦਾ ਹੋ ਗਏ। ਲਿਖਾਰੀ ਲਿਖਦਾ ਹੈ ਕਿ ਹੁਣ ਮੈਂ ਇਹਨਾਂ ਦੇ ਨਾਮ ਸੁਣਾਵਾਂਗਾ ਅਤੇ ਸਾਰੇ ਅਜੁਰਬੇਦੀਆਂ ਨੂੰ ਰਿਝਾਵਾਂਗਾ। ਵੀਰੋ, ਇੱਕ ਪਲ ਲਈ ਵਿਚਾਰੋ ਕਿ ਲਿਖਾਰੀ ਖੁਦ ਲਿਖਦਾ ਹੈ ਕਿ ਮੇਰਾ ਮਕਸਦ ਕਿਸੇ ਖਾਸ ਨੂੰ ਰਿਝਾਣਾ ਹੈ, ਜਦਕਿ ਗੁਰਬਾਣੀ ਬਾਬਤ ਹੁਕਮ ਹੈ, ਗੁਰਬਾਣੀ ਇਸ ਜਗ ਮਹਿ ਚਾਨਣ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਬਣੀਐ। ਸਾਨੂੰ ਗੁਰਬਾਣੀ ਬਾਬਤ ਇਤਨੇ ਪਾਵਨ ਵਾਕ ਮਿਲਦੇ ਹਨ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿਨ ਹੱਥ ਚੜਿਆ ਰਾਮ। ਗੁਰਬਾਣੀ ਸੁਨ ਮੈਲ ਗਵਾਏ, ਸਹਜੇ ਹਰ ਨਾਮ ਮਨ ਵਸਾਏ। ਗੁਰਬਾਣੀ ਦੀ ਕੀ ਉਸਤਤ ਕੋਈ ਕਰ ਸਕਦਾ ਹੈ? ਗੁਰਬਾਣੀ ਦੀ ਉਸਤਤ ਕਰਨਾ ਤੇ ਸਾਡੇ ਲਈ ਇਉਂ ਹੀ ਹੈ ਜਿਉਂ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਇੱਥੇ ਇਸ ਲਿਖਾਰੀ ਦਾ ਜੋ ਲਕਸ਼ ਹੈ ਉਹ ਕਿਸੇ ਦੇ ਮਨ ਦੀ ਮੈਲ ਦੂਰ ਕਰਨਾ ਨਹੀਂ ਹੈ, ਨਾ ਹੀ ਉਸ ਦਾ ਲਕਸ਼ ਮਾਨਵਤਾ ਦਾ ਉद्धार ਹੈ। ਇੱਥੇ ਤੱਕ ਲਿਖ ਰਿਹਾ ਹੈ ਆਯੁਰਵੇਦੀਅਨ ਸਬਨ ਰਿਝਾਉਂ, ਕਿ ਭਾਈ ਮੈਨੂੰ ਕੇਵਲ ਇਹ ਜਿਹੜੇ ਮੈਂ ਪਾਰਟਿਕੂਲਰ ਪੌੜੀਆਂ ਲਿਖ ਰਿਹਾ ਹਾਂ, ਇਹਨਾਂ ਰਾਹੀਂ ਮੈਂ ਉਹਨਾਂ ਆਯੁਰਵੇਦੀਆਂ ਨੂੰ ਰਿਝਾਉਣਾ ਚਾਹੁੰਦਾ ਹਾਂ। ਅੱਗੇ ਦੀ ਪੌੜੀਆਂ ਵਿੱਚ ਇਸ ਜੰਗ ਦੌਰਾਨ ਅਸਤੁਜ ਵੱਲੋਂ ਕਈ ਤਰ੍ਹਾਂ ਦੇ ਰੋਗਾਂ ਨਾਲ ਦੁਖੀ ਹੋ ਕੇ ਦੁਸ਼ਟ ਦਾਨਵਾਂ ਦਾ ਨਾਸ਼ ਕਰਾਇਆ ਦਿਖਾਇਆ ਜਾ ਰਿਹਾ ਹੈ। ਜੇ ਅਸਤੁਜ
ਤਬ ਸ਼ਰਨੀ ਪਰੈ ਤਿਨ ਕੇ ਦੁਸ਼ਟ ਦੁਖਤ ਹੋਇ ਮਰੈ। ਇਥੋਂ ਵੀ ਸਾਫ਼ ਹੈ ਕਿ ਦੁਸ਼ਟ ਵਿਕਾਰਾਂ ਨੂੰ ਨਹੀਂ ਬਲਕਿ 240ਵੀਂ ਪੌੜੀ ਅਨੁਸਾਰ ਕੇਤੇ ਸ਼ਤਰ ਸੂਲ ਵਹਿ ਮਰੈ, ਕੇਤੇ ਆਤ ਰੋਗ ਤੇ ਟਰੈ, ਸੰਗ੍ਰਹਨੀ ਸੰਗ੍ਰਹ ਦੁਸ਼ਟ ਕੀਏ, ਜੀਵਨ ਕੋ ਪੁਨ ਨਾਮ ਨਾ ਤਿਨ ਲੀਏ। ਸੋ ਇੱਥੇ ਸਪਸ਼ਟ ਹੈ ਕਿ ਜਿਹੜੇ ਅਸਤੁਜ ਦੀ ਸ਼ਰਣੀ ਪੈਣ ਨਾਲ ਜਿਹੜੇ ਦੁਸ਼ਟ ਮਾਰੇ ਹਨ ਉਹ ਕਿਹੜੇ ਹਨ? ਕੇਤੇ ਸ਼ਤਰ ਸੂਲ ਵਹਿ ਮਰੈ, ਕੇਤੇ ਆਤ ਰੋਗ ਤੇ ਟਰੈ, ਸੰਗ੍ਰਹਨੀ ਸੰਗ੍ਰਹ ਦੁਸ਼ਟ ਕੀਏ, ਦੁਸ਼ਟ ਤਿਨਕੇ ਦੁਸ਼ਟ। ਸੋ ਇੱਥੋਂ ਵੀ ਸਪਸ਼ਟ ਹੋ ਜਾਂਦਾ ਹੈ। ਖੈਰ 240ਵੀਂ ਪੌੜੀ ਤੋਂ ਲੈ ਕੇ ਅੱਗੇ ਜਿੰਨੇ ਰੋਗਾਂ ਦੇ ਨਾਮ ਇਸ ਲਿਖਾਰੀ ਨੂੰ ਆਉਂਦੇ ਸਨ, ਕਿਉਂਕਿ ਆਯੁਰਵੇਦੀਆਂ ਨੂੰ ਇਹਨਾਂ ਨੇ ਖੁਸ਼ ਕਰਨਾ ਸੀਗਾ, ਤਾਂ ਉੱਥੇ ਤੱਕ ਲਿਖਦਾ ਹੈ। ਫਿਰ 247ਵੀਂ ਪੌੜੀ ਜਿੱਥੇ ਆ ਕੇ ਇਸ ਲਿਖਾਰੀ ਕੋਲ ਕੁਝ ਗੱਲ ਕਰਨ ਨੂੰ ਨਹੀਂ ਬਚਦਾ ਤਾਂ ਆਪਣੇ ਡਰ ਦਾ ਪ੍ਰਗਟਾਵਾ ਕਰਦਾ ਹੈ ਤੇ ਲਿਖਦਾ ਹੈ ਕਿ ਕਿੱਥੇ ਤੱਕ ਮੈਂ ਇਹਨਾਂ ਬਿਮਾਰੀਆਂ ਦਾ ਨਾਮ ਗਿਣਾਵਾਂ। ਮੈਨੂੰ ਬੜਾ ਡਰ ਲੱਗ ਰਿਹਾ ਹੈ ਕਿ ਕਿਤੇ ਮੇਰਾ ਗ੍ਰੰਥ ਵੱਡਾ ਨਾ ਹੋ ਜਾਏ। ਕਹਾਂ ਲਗੇ ਮੈਂ ਬਰਨ ਸੁਣਾਉ, ਗ੍ਰੰਥ ਬੜਨ ਤੇ ਅਤ ਡਰ ਪਾਉ। ਜਿਹੜਾ ਅਸਤੁਜ ਹੈ ਉਹ ਮੁੜ ਸੋਚਦਾ ਹੈ ਕਿ ਮੈਂ ਰੋਗ ਤਾਂ ਪੈਦਾ ਕਰਤੇ, ਹੁਣ ਜੇ ਇਹ ਸਾਰੇ ਮਰ ਗਏ ਤਾਂ ਫਿਰ ਮੈਨੂੰ ਤਮਾਸ਼ਾ ਕੌਣ ਦਿਖਾਏਗਾ। ਅਤੇ ਆਪਣੇ ਅਸਲੀ ਮਕਸਦ ਭਾਵ ਇਸ ਲਿਖਤ ਨੂੰ ਅੱਗੇ ਖਿੱਚਣ ਲਈ ਉਹਨਾਂ ਮੋਇਆਂ ਨੂੰ ਅਸਤੁਜ ਵੱਲੋਂ ਲਿਖਾਰੀ ਇੱਕ ਵਰਦਾਨ ਦਵਾ ਦਿੰਦਾ ਹੈ ਕਿ ਜਿਸ ਨੂੰ ਜਿਹੜਾ ਰੋਗ ਹੈ ਉਸ ਵਿੱਚੋਂ ਉਹ ਜੀ ਔਸ਼ਧੀ ਨਿਕਲੇਗੀ ਤਾਂ ਜੋ ਇਹ ਠੀਕ ਹੋ ਜਾਣ। ਉਹਦੇ ਬਾਅਦ ਇਹ ਜੰਗ ਜਿਹੜੀ ਹੈ ਮੁੜ ਸ਼ੁਰੂ ਹੋ ਗਈ ਅਤੇ ਇਸ ਜੰਗ ਵਿੱਚ ਅਜੀਬੋ ਗਰੀਬ ਸ਼ਸਤਰ ਚੱਲੇ, ਜਿਨ੍ਹਾਂ ਵਿੱਚੋਂ ਇੱਕ ਧਿਰ ਵੱਲੋਂ ਸਰਪਾਸਤਰ ਛੱਡਿਆ ਗਿਆ, ਇਸ ਵਿੱਚ ਬੜੇ ਸਾਰੇ ਸੱਪ ਪੈਦਾ ਹੋ ਗਏ, ਤੇ ਦੂਜੇ ਵੱਲੋਂ ਗਰੁੜਾਸਤਰ ਪੈਦਾ ਹੋ ਗਿਆ ਕਿ ਇੱਥੋਂ ਦੀ ਜੀ ਗਰੁਣ ਪੈਦਾ ਹੋਣੇ ਸ਼ੁਰੂ ਹੋ ਗਏ ਜਿਹੜੇ ਸੱਪ ਨੂੰ ਖਾ ਜਾਂਦੇ ਸਨ। ਬਿੱਛੂ ਅਸਤਰ, ਕਨ ਖਜੂਰਾ ਪੈਦਾ ਕਰਨ ਵਾਲਾ ਅਸਤਰ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਸਤੁਜ ਨੂੰ ਹੀ ਲਿਖਾਰੀ ਨੇ ਖੜਕ ਕੇਤ ਵੀ ਲਿਖਿਆ ਹੈ। ਖੈਰ ਅੱਗੇ ਫਿਰ ਘਮਾਸਾਨ ਦਾ ਅਸਲ ਵਿੱਚ ਦੇਖਿਆ ਜਾਏ ਤਾਂ ਗੱਪਾਂ ਨਾਲ ਭਰਿਆ ਹੋਇਆ ਇਹ ਯੁੱਧ ਫਿਰ ਸ਼ੁਰੂ ਹੋ ਜਾਂਦਾ ਹੈ ਅਤੇ 280ਵੀਂ ਪੌੜੀ ਵਿੱਚ ਲਿਖਦਾ ਹੈ ਕਿ ਅਸਤੁਜ ਨੇ ਚੁਣ ਚੁਣ ਕੇ ਸ਼ਤਰੂਆਂ ਨੂੰ ਮਾਰ ਦਿੱਤਾ। 284ਵੀਂ ਪੌੜੀ ਵਿੱਚ ਵੀ ਮਹਾਕਾਲ ਸੰਤਾਂ ਨੂੰ ਉਬਾਰਦਾ ਹੈ ਅਤੇ ਦੋਖੀਆਂ ਨੂੰ ਮਾਰ ਦਿੰਦਾ ਹੈ। ਮਹਾਕਾਲ ਤਬ ਬਿਰਤ ਸੰਭਾਰੋ, ਸੰਤ ਉਬਾਰ ਦੋਖੀਆਂ ਮਾਰੋ। ਇਦਾਂ ਹੀ 25 ਬੰਦਾਂ ਵਾਲੀ ਚੌਪਈ ਵਿੱਚ ਵੀ ਜ਼ਿਕਰ ਹੈ ਕਿ ਸਿੱਖ ਉਬਾਰ ਅਸਿੱਖ ਸੰਗਰੋ ਅਤੇ ਚੁਣ ਚੁਣ ਸ਼ਤਰ ਹਮਾਰੇ ਮਾਰੀਏ। ਕੀ ਰੱਬ ਵੀ ਸਾਡੇ ਵਰਗਾ ਹੈ ਕਿ ਕਿਸੇ ਇੱਕ ਤਰਫ ਤੇ ਖੜਾ ਹੈ? ਕੇਵਲ ਸਿੱਖਾਂ ਨੂੰ ਉਬਾਰਦਾ ਹੈ, ਬਾਕੀਆਂ ਨੂੰ ਮਾਰ ਦਿੰਦਾ ਹੈ। ਗੁਰਮਤਿ ਦਾ ਤੇ ਸਪਸ਼ਟ ਹੁਕਮ ਹੈ ਨਾ, ਸਾਰ ਸੰਭਾਲੇ ਨਿਤ ਪ੍ਰਤਿਪਾਲੇ, ਪ੍ਰੇਮ ਸਹਿਤ ਗਲ ਲਾਵੇ। ਬਲਕਿ ਗੁਰੂ ਸਾਹਿਬ ਤੇ ਸਾਡੇ ਵਰਗਿਆਂ ਨੂੰ ਵੀ ਹੌਸਲਾ ਦਿੰਦੇ ਹਨ ਕਿ ਬੰਧਨ ਕਾਟ ਬਿਸਾਰੇ ਔਗੁਣ, ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ, ਮਾਤ ਪਿਤਾ ਨਿਆਈ ਬਾਰਕ ਜਿਉ ਪ੍ਰਤਿਪਾਰਿਆ। ਉਹ ਉਸ ਕਰਤੇ ਦਾ ਬਿਰਦ ਤਾਂ ਇਤਨਾ ਮਹਾਨ ਹੈ ਕਿ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ। ਅਤੇ ਦੂਜੇ ਬੰਨੇ ਇਹ ਮਹਾਕਾਲ ਤਬ ਬਿਰਦ ਸੰਭਾਰੋ, ਸੰਤ ਉਬਾਰ ਦੋਖੀਆਂ ਮਾਰੋ। ਬਿਰਦ ਤਾਂ ਉਦੋਂ ਹੈ ਜਦੋਂ ਦੋਖੀਆਂ ਨੂੰ ਵੀ ਉਬਾਰ ਲਈਏ, ਪਰ ਇੱਥੇ ਤੁਹਾਨੂੰ ਪੂਰੇ ਕਹਾਣੀ ਵਿੱਚ ਇਸੇ ਤਰੀਕੇ ਜਿਹੜੇ ਅਸੁਰ, ਦਾਨਵ, ਮੁਸਲਮਾਨ ਇਹਨਾਂ ਨੂੰ ਲਗਾਤਾਰ ਮਾਰਦਿਆਂ ਦਿਖਾਇਆ ਗਿਆ। ਫਿਰ ਮਾਰਿਆ ਵੀ ਕਿਸ ਨਿਰਦਇਤਾ ਨਾਲ। ਇਹਦਾ ਨਾਮ ਹੈ ਨਾ ਕਰੂਰ ਕਰਮਾ, ਨਮੋ ਨਿਤ ਨਾਰਾਇਣੇ ਕਰੂਰ ਕਰਮੇ। ਇਸਨੇ ਦੇਖੋ ਮਾਰਿਆ ਵੀ ਕਿੰਨੀ ਕਰੂਰਤਾ ਨਾਲ ਹੈ। ਕਈਆਂ ਨੂੰ ਦਾਲ ਵਿੱਚ ਚਬਾ ਗਿਆ, ਕਈਆਂ ਨੂੰ ਆਪਣੇ ਪੈਰਾਂ ਥੱਲੇ ਦਬਾ ਦਿੱਤਾ, ਕਈਆਂ ਨੂੰ ਪਕੜ ਕੇ ਖਾ ਗਿਆ, ਕਈਆਂ ਦਾ ਇਸਨੇ ਖੂਨ ਚੂਸ ਲਿਆ। ਇਸ ਤਰੀਕੇ ਨਾਲ ਉਹਨੇ ਕਈ ਦਾਨਵ ਮਾਰ ਦਿੱਤੇ, ਕਈ ਖਾਨ, ਪਠਾਨ, ਮੁਗਲ ਆਦਿ ਮਾਰ ਦਿੱਤੇ। ਇਸ ਤਰ੍ਹਾਂ 405 ਬੰਦਾਂ ਵਾਲੀ ਚੌਪਈ ਦੇ 300 ਬੰਦ ਪੂਰੇ ਹੋ ਜਾਂਦੇ ਹਨ।
ਜਿਨ੍ਹਾਂ ਰਾਹੀਂ ਅਸੀਂ ਇੱਕ ਵਾਰ ਫਿਰ ਦੇਖ ਆਏ ਹਾਂ ਕਿ ਮਹਾਕਾਲ, ਅਸਤੁਜ, ਖੜਕਕੇਤ ਇਹ ਸਾਰੇ ਹੀ ਸ਼ਰੀਰਧਾਰੀ ਹਨ। ਇਸ ਲਈ ਇਹ ਰੱਬ ਦੇ ਸਦਾ ਸਥਿਰ ਰਹਿਣ ਵਾਲੇ ਗੁਣ ਉੱਤੇ ਪੂਰੇ ਨਹੀਂ ਉਤਰਦੇ, ਕਿਉਂਕਿ ਜੇ ਇਹ ਸ਼ਰੀਰਧਾਰੀ ਹਨ ਤਾਂ ਜੋ ਉਪਜਿਓ ਸੋ ਬਿਨਸ ਹੈ ਅਨੁਸਾਰ ਇਹਨਾਂ ਦੇ ਸਰੀਰ ਦਾ ਨਾਸ ਵੀ ਹੋਵੇਗਾ। ਇਸ ਲਈ ਇਹ ਸਤਨਾਮ ਨਹੀਂ ਹੋ ਸਕਦੇ। ਆਮ ਇਨਸਾਨਾਂ ਵਾਂਗ ਇਹਨਾਂ ਨੂੰ ਗੁੱਸਾ ਹੁੰਦਾ ਹੈ ਅਤੇ ਇਸ ਕ੍ਰੋਧ ਦੀ ਅਗਨੀ ਵਿੱਚ ਸੜ ਕੇ ਇਹ ਕਿਸੇ ਨੂੰ ਆਪਣਾ ਵੈਰੀ ਬਣਾ ਲੈਂਦੇ ਹਨ। ਇਸ ਲਈ ਇਹ ਰੱਬੀ ਗੁਣ ਨਿਰਵੈਰ ਉੱਤੇ ਵੀ ਪੂਰਾ ਨਹੀਂ ਉਤਰਦੇ। ਕਮਾਲ ਦੀ ਗੱਲ ਇਹ ਹੈ ਕਿ ਇਸ ਦੇ ਮਰਜ਼ੀ ਤੋਂ ਉਲਟ ਦਾਨਵ ਜੰਮ ਰਹੇ ਹਨ ਅਤੇ ਕਹਾਣੀ ਮੁਤਾਬਕ ਇਹ ਮਹਾਕਾਲ, ਅਸਤੁਜ ਅਤੇ ਖੜਕਕੇਤ ਕੇਵਲ ਉਹਨਾਂ ਦਾਨਵਾਂ ਨੂੰ ਮਾਰ ਹੀ ਪਾ ਰਿਹਾ ਹੈ, ਭਾਵ ਕੇਵਲ ਸੰਘਾਰ ਕਰ ਪਾ ਰਿਹਾ ਹੈ, ਪੈਦਾ ਨਹੀਂ ਕਰ ਪਾ ਰਿਹਾ। ਇਸ ਲਈ ਏਕ ਓੰਕਾਰ ਦਾ ਵੀ ਗੁਣ ਇੱਥੇ ਨਹੀਂ ਟੁਕਦਾ, ਕਰਤਾ ਪੁਰਖ ਦਾ ਗੁਣ ਵੀ ਇੱਥੇ ਨਹੀਂ ਟੁਕਦਾ। ਇਹ ਲੋਕਾਂ ਦਾ ਖੂਨ ਪੀਂਦਾ ਹੈ, ਇਸ ਨੂੰ ਪਸੀਨਾ ਆਉਂਦਾ ਹੈ, ਸੋ ਸਪਸ਼ਟ ਹੈ ਕਿ ਇਹ ਕਿਸੇ ਜੂਨ ਵਿੱਚ ਹੈ, ਇਹ ਅਜੂਨੀ ਵੀ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਲਿਖਾਰੀ ਅੱਗੇ ਇਸ ਯੁੱਧ ਨੂੰ ਕੰਟੀਨਿਊ ਕਰਦਾ ਹੈ ਅਤੇ ਉਸ ਜਗ੍ਹਾ ਤੱਕ ਲੈ ਕੇ ਜਾਂਦਾ ਹੈ ਜਿੱਥੇ 375ਵੀਂ ਪੌੜੀ ਵਿੱਚ ਲਿਖਦਾ ਹੈ, ਪੁਨ ਰਾਖਸ਼ਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਪੋਹਪਨ ਬ੍ਰਿਸ਼ਟ ਗगन ਤੇ ਪਈ, ਸਭਨ ਆਨ ਬਧਾਈ ਦਈ, ਤਨ ਤਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਿਵਾਜਾ, ਅਖਲ ਪਵਨ ਕੇ ਸਿਰਜਨਹਾਰੇ, दास जान मोहे लेह उबारे, कबियो बाज बेनती चौपई, हमरी करो हाथ दे रच्छा। ਇਹ ਕਹਾਣੀ ਇਸੇ ਤਰ੍ਹਾਂ ਅੱਗੇ ਵਧੇਗੀ। ਇਹ ਕਹਾਣੀ ਦਾ ਬਾਕੀ ਹਿੱਸਾ ਅਸੀਂ ਅਗਲੇ ਪ੍ਰੋਗਰਾਮ ਵਿੱਚ ਵਿਚਾਰਾਂਗੇ। ਉੱਥੇ ਆ ਕੇ ਅਸੀਂ ਇੱਕ ਇੱਕ ਪੌੜੀ ਵੱਲ, ਕਿਉਂਕਿ ਉਹ ਅੱਗੇ ਉਹ ਜਿਹੜੀਆਂ 25 ਪੌੜੀਆਂ ਆ ਜਾਣਗੀਆਂ, ਉਹਨਾਂ 25 ਪੌੜੀਆਂ ਨੂੰ ਇੱਕ ਇੱਕ ਕਰਕੇ ਪਿੱਛੇ ਕੋਰਿਲੇਟ ਕਰਕੇ ਅਸੀਂ ਕਲੀਅਰ ਕਰਾਂਗੇ ਕਿ ਕਿਸ ਤਰ੍ਹਾਂ ਇਹ ਪੂਰੀ ਰਚਨਾ ਗੁਰਮਤਿ ਤੋਂ ਉਲਟ ਹੈ ਅਤੇ ਐਸੇ ਲਿਖਾਰੀ ਵੱਲੋਂ ਲਿਖੀ ਹੈ ਜਿਹੜਾ ਨਾ ਤਾਂ ਨਿਰਵੈਰ ਹੈ ਅਤੇ ਨਾ ਹੀ ਨਿਰਭਉ। ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਰੇਡੀਓ ਸਿੰਘਨਾਦ, ਖਾਲਸਾ ਨਿਊਜ਼ ਅਤੇ ਆਪ ਸਮੂਹ ਸੰਗਤਾਂ ਦਾ ਵੀ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।